ਫੇਅਰ ਐਂਡ ਸਕੁਅਰ ਤੇ ਤੁਹਾਡਾ ਸਵਾਗਤ ਹੈ। ਸਾਡੇ ਅੱਜ ਦੇ ਮਹਿਮਾਨ ਨੇ ਸ਼੍ਰੀ ਬੀਰ ਦਵਿੰਦਰ ਸਿੰਘ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ। ਬੀਰ ਦਵਿੰਦਰ ਜੀ, ਤੁਸੀਂ ਇਸ ਰੀਜਨ ਦੇ ਇੱਕ ਮੰਨੇ ਪਰਮੰਨੇ ਪੋਲੀਟੀਕਲ ਕਮੈਂਟੇਟਰ ਅਤੇ ਇੱਕ ਰਾਜਨੀਤਿਕ ਬੁੱਧੀਜੀਵੀ ਕੰਸੀਡਰ ਕੀਤੇ ਜਾਂਦੇ ਹੋ। ਇਸ ਹਫਤੇ ਬੜੀ ਸਿਗਨੀਫਿਕੈਂਟ ਪੋਲੀਟੀਕਲ ਡਿਵੈਲਪਮੈਂਟਸ ਹੋਈਆਂ, ਸਪੈਸ਼ਲੀ ਜਿਹੜਾ ਰਾਹੁਲ ਗਾਂਧੀ ਵਾਈਸ ਪ੍ਰੈਜ਼ੀਡੈਂਟ ਆਫ ਦੀ AICC ਨੇ ਆਪਣੀ ਗਵਰਨਮੈਂਟ, ਮਨਮੋਹਨ ਸਿੰਘ ਗਵਰਨਮੈਂਟ ਦੇ ਉਲਟ ਇੱਕ ਆਊਟਬਰਸਟ ਕੀਤਾ ਹੈ। 8 ਮਿੰਟ ਦੇ ਵਿੱਚ ਹੀ ਹੈਜ਼ ਟ੍ਰੈਸ਼ਡ ਦੀ ਗਵਰਨਮੈਂਟ ਵਿਦ ਦ ਵਰਡਸ ਲਾਈਕ ਨੌਨਸੈਂਸ, ਟ੍ਰੈਸ਼ ਐਂਡ ਆਲ ਦੈਟ। ਵਾਟ ਡੂ ਯੂ ਮੇਕ ਆਊਟ ਆਫ ਇਟ? ਇਸ ਵੇਲੇ ਸਾਰੀ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਪੈਰਾਡੋਕਸੀਕਲ ਫੇਜ਼ 'ਚੋਂ ਗੁਜ਼ਰ ਰਹੀ ਹੈ। ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਸ ਦਾ ਡਿਪਾਰਚਰ ਕਿੱਥੇ ਹੈ, ਅਰਾਈਵਲ ਕਿੱਥੇ ਹੈ। ਔਰ ਕੱਲ੍ਹ ਜੋ ਲੋਕ ਇਸ ਦੇ ਭਵਿੱਖ ਬਾਰੇ ਸੋਚ ਰਹੇ ਸੀ, ਆਰਡੀਨੈਂਸ ਦੇ ਬਾਰੇ, ਪ੍ਰਸ਼ਨ ਚਿੰਨ੍ਹ ਤੇ ਉਸੇ ਵੇਲੇ ਲੱਗ ਗਿਆ ਸੀ ਜਦੋਂ ਰਾਸ਼ਟਰਪਤੀ ਨੇ ਕੁਝ ਵਜ਼ੀਰਾਂ ਨੂੰ ਸਮਨ ਕੀਤਾ ਔਰ ਕਿੰਤੂ ਪ੍ਰੰਤੂ। In fact, he has said that my opinion about the ordinance is that it is complete nonsense. It should be torn up and thrown away. ਮੈਂ ਸਮਝਦਾ ਕਿ ਇਹ ਬਹੁਤ ਸਖਤ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। ਬਹੁਤ ਵੱਡੀ scheme of things. What do you mean by scheme of things? It's a part of a well-planned strategy aimed at 2014. What does it mean for Manmohan Singh? ਇਹ ਤਾਂ ਕਲੀਅਰ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ 2014 ਲਈ ਪ੍ਰੋਜੈਕਟ ਨਹੀਂ ਕੀਤਾ ਜਾ ਰਿਹਾ। ਔਰ ਅਨਫੋਰਚੂਨੇਟਲੀ ਡਾਕਟਰ ਸਾਹਿਬ ਆਪ ਹੀ ਕੁਝ ਦੇਰ ਪਹਿਲਾਂ ਇਹ ਕਹਿ ਚੁੱਕੇ ਨੇ ਕਿ ਹੀ ਇਜ਼ ਦ ਰਾਈਟ ਚੋਇਸ ਫਾਰ ਪ੍ਰਾਈਮ ਮਿਨਿਸਟਰਸ਼ਿਪ, ਰਾਹੁਲ ਗਾਂਧੀ, and he has even said that he is willing to work under him. So probably that has encouraged Rahul Gandhi, you see, to take over. But what should be the course of action for Manmohan Singh? मैं समझदा उन्हां लई बड़ी मुश्किल परिस्थितियां पैदा हो गई ने। ऐसे हालात विच डिगनिटी नाल, सैल्फ रिस्पैक्ट, डिगनिटी ਉਹਦੇ ਨਾਲ ਆਉਣ ਵਾਲੇ ਕੁਝ ਮਹੀਨਿਆਂ 'ਚ ਕੰਮ ਕਰ ਸਕਣਾ ਉਹਨਾਂ ਲਈ ਬਹੁਤ ਮੁਸ਼ਕਿਲ ਹੋਏਗਾ। ਤੁਸੀਂ ਅਸਿਊਮ ਕਰ ਰਹੇ ਹੋ ਕਿ ਅਜੇ ਵੀ ਉਹ ਪ੍ਰਾਈਮ ਮਿਨਿਸਟਰ ਰਹਿਣਗੇ, ਰਿਜ਼ਾਈਨ ਨਹੀਂ ਕਰਨਗੇ? ਦੇਖੋ, ਗੱਲ ਇਹ ਹੈ ਉਹਨਾਂ ਦੇ ਸੁਭਾਅ ਤੋਂ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਨੂੰ ਬਹੁਤ ਛੇਤੀ ਗੁੱਸਾ ਨਹੀਂ ਆਉਂਦਾ ਹੈਗਾ। ਓਕੇ। ਤੇ ਮੈਨੂੰ ਲੱਗਦਾ ਹੈ ਕਿ ਜੇ ਤਾਂ ਆਈ ਡੋਂਟ ਨੋ ਵੈਦਰ ਦਿਸ ਆਊਟਬਸਟ ਆਫ ਰਾਹੁਲ ਗਾਂਧੀ ਹੈਜ਼ caused a sense of deep indignation to the honorable prime minister. ਅਗਰ ਇਹ ਐਸਾ ਕੁਛ ਹੋਇਆ ਤੇ ਉਸ ਤੋਂ ਬਾਅਦ ਉਹ ਆ ਕੇ ਕੀ ਫੈਸਲਾ ਲੈਂਦੇ ਨੇ? ਆਬਵੀਅਸਲੀ ਆਰਡੀਨੈਂਸ ਤੇ ਹੁਣ ਵਾਪਸ ਹੋ ਹੀ ਜਾਣਾ ਹੈਗਾ, ਉਹ ਤੇ ਸਮਝ ਆਉਂਦੀ ਹੈ ਆਪਾਂ ਨੂੰ। ਉਸ ਤੋਂ ਬਾਅਦ ਇਹ ਸਾਰੀ ਕਾਉਂਸਲ ਆਫ ਮਿਨਿਸਟਰ ਦੀ ਕੀ ਪੋਜੀਸ਼ਨ ਹੈ, ਕਾਂਗਰਸ ਪਾਰਟੀ ਦੀ ਕੀ ਪੋਜੀਸ਼ਨ ਹੈ। ਇਹ ਪਾਰਲੀਮੈਂਟਰੀ ਡੈਮੋਕ੍ਰੇਸੀ ਵਿੱਚ ਇਹੋ ਜਿਹਾ ਐਪੀਸੋਡ ਹੋਇਆ ਹੈਗਾ। ਸੋ ਇਹਦੇ 'ਚ ਵਾਟ ਇਜ਼ ਦ ਰਾਈਟ ਪਾਥ? ਐਕਚੁਅਲੀ ਰਾਈਟ ਪਾਥ ਕੀ ਹੋਣਾ ਚਾਹੀਦਾ ਕਿ ਜਦੋਂ ਪਾਰਟੀ ਤੇ ਗਵਰਨਮੈਂਟ ਦੀ ਕੌਨਫਲਿਕਟ ਹੋ ਗਈ ਔਰ ਇਹੋ ਜਿਹੇ words use करते हैं पार्टी वाइस प्रेसिडेंट ने? It's a severe blow to parliamentary democracy. You see, here an individual, no matter he is vice president of the All India Congress Committee, is calling shots. You see, you have completely dubbed and rejected the decision of the cabinet. And especially when the Prime Minister Bar Sige, yes, on a foreign visit, he was supposed to meet Obama in a couple of hours. ਖਾਸ ਕਰਕੇ ਜਦੋਂ ਅਸੀਂ ਗਲੋਬਲਾਈਜ਼ਡ ਵਰਲਡ 'ਚ ਰਹਿ ਰਹੇ ਹਾਂ ਔਰ ਮੀਨਸ ਆਫ ਕਮਿਊਨੀਕੇਸ਼ਨ ਇੰਨੇ ਪਾਵਰਫੁਲ ਨੇ ਕਿ ਸਾਂਸ ਵੀ ਲਈਏ ਤੇ ਦੁਨੀਆ ਦੇ ਦੂਸਰੇ ਹਿੱਸੇ 'ਚ ਪਤਾ ਲੱਗਦਾ ਕਿ ਉਹ ਜਿਹੇ ਵੇਲੇ ਇਸ ਕਿਸਮ ਦੀ ਗੱਲ ਹੋਣੀ, ਇਹਦੇ ਨਾਲ ਪ੍ਰਾਈਮ ਮਿਨਿਸਟਰ ਦੀ ਪੋਜੀਸ਼ਨ ਤੇ ਕੰਪਰੋਮਾਈਜ਼ ਹੋਈ ਹੈ। ਤੁਸੀਂ ਹੁੰਦੇ, ਤੁਸੀਂ ਕੀ ਕਰਦੇ ਜੇ ਪ੍ਰਾਈਮ ਮਿਨਿਸਟਰ ਦੀ ਪੋਜੀਸ਼ਨ 'ਚ ਹੁੰਦੇ? ਮੈਂ ਹੁੰਦਾ, ਮੈਂ ਤੇ ਨੌਬਤ ਹੀ ਨਾ ਆਉਣ ਦਿੰਦਾ। ਮੈਂ ਹੁੰਦਾ ਤੇ ਮੈਂ ਇਹ ਡਰਾਫਟ ਨਹੀਂ ਸੀ ਕਰਦਾ ਆਰਡੀਨੈਂਸ। ਦੈਟ ਇਜ਼ ਯੋਰ ਸਟੈਂਡ ਔਨ ਦਿਸ? ਯੈਸ। ਆਫਟਰ ਆਲ ਤੁਸੀਂ ਜਿਹੜੀ ਪੋਲਿਟੀ ਹੈਗੀ ਆ ਕੰਟਰੀ ਦੀ, ਉਹ ਕਿਸ ਸਟੇਜ ਤੇ ਆ ਗਈ ਹੈ? ਪੀਪਲ ਆਫ ਦ ਕੰਟਰੀ, ਦੇ ਆਰ ਲੂਜ਼ਿੰਗ ਫੇਥ ਇਨ ਦ ਪਾਰਲੀਮੈਂਟਰੀ ਡੈਮੋਕ੍ਰੇਸੀ। They are losing faith in the polity of the country. Do you think
ਗਾਂਧੀ ਫੈਮਿਲੀ ਨੇ ਮਨਮੋਹਨ ਸਿੰਘ ਨੂੰ ਹੁਣ ਡੰਪ ਕਰਤਾ ਹੈ, ਦੇ ਹੈਵ ਯੂਜ਼ਡ ਹਿਮ ਫॉर 8 ਇਅਰਸ, ਔਰ the other view is ਕਿ ਮਨਮੋਹਨ ਸਿੰਘ ਸ਼ਾਇਦ ਪ੍ਰਾਈਮ ਮਿਨਿਸਟਰ ਬਣਦੇ ਵੀ ਨਾ, ਸੋ he is their creation. ਡਾਕਟਰ ਮਨਮੋਹਨ ਸਿੰਘ ਇੱਕ ਐਸੀ ਸ਼ਖਸੀਅਤ ਨੇ ਜਿਨ੍ਹਾਂ ਦਾ ਆਪਣਾ ਕੋਈ ਗਰੁੱਪ ਨਹੀਂ ਹੈ ਪੋਲਿਟਿਕਸ ਵਿੱਚ, ਉਹਨਾਂ ਦਾ ਆਪਣਾ ਕੋਈ ਪੋਲਿਟਿਕਸ ਨਹੀਂ ਹੈ, ਤੇ ਉਹ ਬਹੁਤ ਸੇਫਲੀ ਇਹ ਜਿਹੜੀ ਕੁਰਸੀ ਹੈਗੀ ਪ੍ਰਾਈਮ ਮਿਨਿਸਟਰਸ਼ਿਪ ਦੀ, ਉਹ ਰਾਹੁਲ ਗਾਂਧੀ ਵਾਸਤੇ ਸੁਰੱਖਿਅਤ ਰੱਖ ਸਕਦੇ ਸੀ, ਔਰ ਉਹਨਾਂ ਨੂੰ ਇੰਨਾ ਲੰਮਾ ਸਮਾਂ 9 ਸਾਲ ਤੋਂ ਵੱਧ ਸਮਾਂ ਹੋਣ ਵਾਲਾ ਹੈ ਪ੍ਰਾਈਮ ਮਿਨਿਸਟਰ ਹੋ ਰਹੇ ਨੇ, ਇਹ ਉਹਨਾਂ ਨੂੰ ਪਤਾ ਹੈ ਕਿ ਹੁਣ ਉਹਨਾਂ ਨੇ ਇਸ ਕੁਰਸੀ ਨੂੰ ਅਲਵਿਦਾ ਆਖਣਾ ਹੀ ਆਖਣਾ ਹੈ। ਇਹ ਜਾਂਦੇ ਜਾਂਦੇ ਉਹ ਕਿਸ ਤਰ੍ਹਾਂ ਅਲਵਿਦਾ ਆਖਦੇ ਨੇ ਔਰ ਕਿਸ ਤਰ੍ਹਾਂ ਬਿਹਤਰ ਤਰੀਕੇ ਨਾਲ ਇਹ ਅਲਵਿਦਾ ਆਖਦੇ ਨੇ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਹੁਣ ਸਤਿ ਸ੍ਰੀ ਅਕਾਲ ਜਾਓ। ਅਲਵਿਦਾ ਤਾਂ ਉਹੀ ਕਹਿਣਗੇ ਨਾ ਅਲਟੀਮੇਟਲੀ, ਡਾਕਟਰ ਮਨਮੋਹਨ ਸਿੰਘ ਹੀ ਵਿਲ ਹੈਵ ਟੂ ਕੁਇਟ। ਬਟ ਤੁਹਾਡੀ ਇੰਨੀ ਐਸੋਸੀਏਸ਼ਨ ਰਹੀ ਹੈ ਇੰਦਰਾ ਗਾਂਧੀ ਹੋਣਾ ਨਾਲ, ਰਾਜੀਵ ਗਾਂਧੀ ਹੋਣਾ ਨਾਲ, ਇਜ਼ ਇਟ ਵੈਰੀ ਟਿਪੀਕਲ ਆਫ ਦੀ ਗਾਂਧੀ ਫੈਮਿਲੀ ਕਿ ਬੰਦੇ ਨੂੰ ਯੂਜ਼ ਕਰਕੇ ਡੰਪ ਕਰ ਦਿਓ? ਇਟਸ ਵੈਰੀ ਅਨਫੋਰਚੂਨੇਟ, ਬਟ ਜਦੋਂ ਸਾਰੀ ਕਾਂਗਰਸ ਹੀ ਕਹਿ ਰਹੀ ਹੈ ਕਿ ਗਾਂਧੀ ਫੈਮਿਲੀ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਹੈਗਾ, ਔਰ ਮਾਈਨਸ ਗਾਂਧੀ ਫੈਮਿਲੀ ਕਾਂਗਰਸ ਦਾ ਕੋਈ ਉਹ ਕਹਿੰਦੇ ਨੇ ਇਤਿਹਾਸ ਨਹੀਂ ਰਹਿ ਜਾਂਦਾ, ਤੇ ਸਾਰੀ ਕਾਂਗਰਸ ਕਹਿ ਰਹੀ ਹੈ ਕਿ ਹੇਅਰ ਅਪੈਰੈਂਟ ਰਾਹੁਲ ਗਾਂਧੀ ਨੇ, ਤੇ ਰਾਹੁਲ ਗਾਂਧੀ ਨੂੰ ਗੱਦੀ ਤੇ ਬਿਠਾਉਣ ਲਈ ਬਟ देयर इज अ डिग्निफाइड ਵੇ ਆਫ ਡੂਇੰਗ ਇਟ। ਆਈ ਨੋ, ਬਟ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਹ ਉਸ ਸਕੀਮ ਆਫ ਥਿੰਗਸ ਦਾ ਇੱਕ ਹਿੱਸਾ ਮੰਨ ਕੇ ਚੱਲਦਾ ਮੈਂ, ਇਹ ਆਲ ਆਫ ਸਡਨ ਨਹੀਂ ਹੋਈ ਗੱਲ, ਇੱਕ ਖਾਸ ਮੋੜ ਦਿੱਤਾ ਜਿਹਦੇ 'ਚ ਰਾਹੁਲ ਗਾਂਧੀ ਦੀ ਪੋਜੀਸ਼ਨ ਜਿਹੜੀ ਹੈਗੀ ਹੈ ਉਹਨੂੰ ਅਪ ਕੀਤਾ ਗਿਆ, ਈਵਨ ਐਟ ਦੀ ਕਾਸਟ ਆਫ ਯੂ ਨੋ ਇਨਸਲਟਿੰਗ ਦੀ ਪ੍ਰਾਈਮ ਮਿਨਿਸਟਰ, ਹਿਸ ਗਵਰਨਮੈਂਟ। ਨੈਚੁਰਲੀ ਜਦੋਂ ਤੁਸੀਂ ਇੱਕ ਬੰਦੇ ਨੂੰ ਦੀ ਪਰਸਨੈਲਿਟੀ ਨੂੰ ਡਿਵੈਲਪ ਕਰ ਰਹੇ ਹੋ, ਉਹਨੂੰ ਪ੍ਰਾਈਮ ਮਿਨਿਸਟਰ, ਭਾਵੀ ਪ੍ਰਾਈਮ ਮਿਨਿਸਟਰ ਦੇ ਰੂਪ 'ਚ ਇੱਕ ਮੈਨੂੰ ਦੱਸੋ, ਵਿਲ ਦਿਸ ਐਪੀਸੋਡ ਪੋਲੀਟੀਕਲ ਕੋਰਸ ਤੋਂ ਬਾਹਰ ਹੈ, ਇਹ ਕੰਟੈਂਪਰਰੀ ਪੰਜਾਬ ਦੀ ਹਿਸਟਰੀ ਨੂੰ ਇੰਪੈਕਟ ਕਰੇਗਾ ਓਵਰ ਅ ਪੀਰੀਅਡ ਆਫ ਟਾਈਮ? नो, अनफॉर्चुनेटली डॉक्टर मनमोहन सिंह होਰਾਂ ने अपने आप ਨੂੰ ਪੰਜਾਬ ਨਾਲ ਜਾਂ ਸਿੱਖ ਕਮਿਊਨਿਟੀ ਨਾਲ ਜੋੜ ਕੇ ਵੇਖਿਆ ਹੀ ਨਹੀਂ, ਨਾ ਹੀ ਇੰਜ ਪ੍ਰੋਜੈਕਟ ਕੀਤਾ ਕਿ ਉਹ ਮਾਈਨੋਰਿਟੀਜ਼ ਦੇ ਇੱਕ ਨੁਮਾਇੰਦੇ ਹੈਗੇ ਨੇ ਬਤੌਰ ਪ੍ਰਾਈਮ ਮਿਨਿਸਟਰ। ਇਸ ਕਰਕੇ ਮੈਂ ਸਮਝਦਾ ਕਿ ਇਹਦਾ ਕੋਈ ਰਿਫਲੈਕਸ਼ਨ ਜਿਹੜਾ ਹੈਗਾ ਪੰਜਾਬ ਦੀ ਰਾਜਨੀਤੀ ਤੇ ਅਸਰਅੰਦਾਜ਼ ਨਹੀਂ ਹੋਣਾ। ਜੋ ਸਿਚੁਏਸ਼ਨ ਕੱਲ ਆਈ ਹੈ, ਇੱਕ ਵਿਊ ਬਣ ਰਿਹਾ ਹੈ ਕਿ ਜਿਹੜੀ ਪਬਲਿਕ ਪੋਲਿਸੀ ਹੈ ਜਾਂ ਲਾਜ਼ ਡਰਾਫਟ ਹੋ ਰਹੇ ਹੈ, ਇੱਕ ਯੂ ਨੋ ਪਬਲਿਕ ਓਪੀਨੀਅਨ ਇਜ਼ ਯੂ ਨੋ ਡਾਇਰੈਕਟਿੰਗ ਇਟ, ਹਾਊ ਸੇਫ ਐਂਡ ਹਾਊ ਗੁੱਡ ਇਜ਼ ਦਿਸ ਟ੍ਰੈਂਡ? ਦੇਖੋ, ਇਹਦਾ ਇਹ ਇੱਕ ਗੱਲੋਂ ਅੱਛਾ ਇਸ ਕਰਕੇ ਆ ਕਿ ਮੀਡੀਆ ਦਾ ਇਹਦੇ 'ਚ ਬਹੁਤ ਵੱਡਾ ਰੋਲ ਹੈ, ਔਰ ਮੀਡੀਆ ਦੇ ਰਾਹੀਂ, ਚਾਹੇ ਪ੍ਰਿੰਟ ਮੀਡੀਆ ਚਾਹੇ ਵਿਜ਼ੂਅਲ ਮੀਡੀਆ, ਲੋਕ ਸਾਰੇ ਇਸ਼ੂਜ਼ ਨੂੰ ਹੁਣ ਡਿਬੇਟ ਕਰ ਰਹੇ ਨੇ, ਐਂਡ ਇਹ ਇੱਕ ਕਿਸਮ ਦੀ ਜਿਹੜੀ ਜਿਹਨੂੰ ਆਪਾਂ ਕਹੀਏ ਕਿ ਪਾਰਟੀਸਿਪੇਟਿਵ ਡੈਮੋਕ੍ਰੇਸੀ, ਪੀਪਲ ਆਰ ਵੋਇਸਿੰਗ ਦੇਅਰ ਓਪੀਨੀਅਨ, ਔਰ ਉਹਨਾਂ ਦੇ ਓਪੀਨੀਅਨ ਨੂੰ ਵੋਇਸ ਕਰਨ ਲਈ ਟੂਲਸ ਜਿਹੜੇ ਹੈਗੇ ਨੇ ਉਹ ਅਵੇਲੇਬਲ ਨੇ, ਉਹਦੇ ਨਾਲ ਇੱਕ ਮਾਹੌਲ ਬਣਦਾ ਹੈ। ਤੇ ਜੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਜਾਂ ਕੋਈ ਤਬਦੀਲੀ ਕਰਦੀ ਹੈ ਤਾਂ ਇਹ ਕੋਈ ਬੁਰੀ ਗੱਲ ਨਹੀਂ ਹੈ। ਤੇ ਇੱਕ ਵਿਊ ਹੈਗਾ ਕਿ ਜੁਡੀਸ਼ੀਅਲ ਐਕਟਿਵਿਜ਼ਮ ਬੜੀ ਹੋ ਗਈ ਇਨ ਲਾਅ ਮੇਕਿੰਗ, ਹਾਊ ਹੈਲਦੀ ਇਜ਼ ਦੈਟ ਟ੍ਰੈਂਡ? You see, when the governance is suffering of policy paralysis, it's very unfortunate because now policy framework has gone to the judiciary. Judiciary is giving direction, apex court is giving direction to frame the policy in a particular manner. As a political commentator, what do you think? I don't think it's a healthy trend. But when you create a vacuum, policy framing 'ਚ ਇੱਕ ਬਹੁਤ ਵੱਡਾ vacuum ਆ ਜੇ, ਤੇ then somebody has to fill the vacuum. Now judicial activism is filling that vacuum, the space. Talking about judicial activism, ਕੱਲ 27 September ਨੂੰ ਸੁਪਰੀਮ ਕੋਰਟ ਨੇ ਇੱਕ ਹੋਰ ਲੈਂਡਮਾਰਕ ਜਜਮੈਂਟ ਦਿੱਤੀ, the right to reject, ਜਿਹੜਾ none of the above ਕੈਟੇਗਰੀ ਐਡ ਕੀਤੀ ਜਾਏਗੀ in you know election, the electoral
the ballot papers. What do you think? Are you with it? Because of the unempted corruption, high places, and judiciary had to step in. The Justice Satha Sivam in his order has said democracy is all about choices and voters will be empowered by this right of negative voting. Negative voting will send a clear signal to political parties and candidates as to what the voters think about them. I personally feel, I have contested so many elections, कि politics ਦਾ ਜਿਹੜਾ criminalization ਹੋਇਆ, politics ਦਾ ਜਿਹੜਾ commercialization ਹੋਇਆ, ਔਰ politics ਜਿਹੜਾ ਜਿਹਨੂੰ ਆਪਾਂ ਕਹਿੰਦੇ ਆ muscle power ਦਾ advent ਹੋਇਆ recently, ਉਸਨੇ ਸਾਰੇ nuances ਜਿਹੜੇ ਨੇ ਉਹਨੂੰ ਬਦਲ ਕੇ ਰੱਖਤਾ। ਹੁਣ ਇਹਦੇ 'ਚ this would you see bring Parliament and Supreme Court, ਇਹ ਆਮਣੇ ਸਾਹਮਣੇ ਹੋ ਜਾਣਗੇ, ਜਾਂ ਤੇ ਤੁਸੀਂ ਇਸ ਨੂੰ ਐਕਸੈਪਟ ਕਰੋ ਜੋ ਸੁਪਰੀਮ ਕੋਰਟ ਦੀ ਜੱਜਮੈਂਟ ਹੈ। ਪਬਲਿਕ ਓਪੀਨੀਅਨ ਇਸ ਕੇ ਐਕਸੈਪਟ ਕਰਨੀ ਚਾਹੀਦੀ ਹੈ। ਯੈਸ, ਜੇ ਤੁਸੀਂ ਇਹਨੂੰ ਐਕਸੈਪਟ ਨਹੀਂ ਕਰਦੇ ਤਾਂ ਇੱਕ ਫਿਰ ਹੋਰ ਆਰਡੀਨੈਂਸ, ਇੱਕ ਹੋਰ ਕਨਸਟੀਟਿਊਸ਼ਨਲ ਅਮੈਂਡਮੈਂਟ, you see, to undo can we afford another ordinance? undo the judgment of the Supreme Court. You see, you need to bring bill in the Parliament again. that apart, but ਹੁਣ ਜਿੱਦਾਂ ਕੱਲ ਕਈ ਪੋਲੀਟੀਕਲ ਲੋਕਾਂ ਨੇ ਵੀ ਆਬਜ਼ਰਵ ਕੀਤਾ ਕਿ none of the above ਜੇ ਜ਼ਿਆਦਾ ਵੋਟਾਂ ਲੈ ਜਾਵੇ then the winning candidate, it is an embarrassment. For example, ਸਾਡੀਆਂ 545 ਸੀਟਾਂ ਵਿੱਚ ਜੇ 60% ਮੈਂਬਰ ਪਾਰਲੀਮੈਂਟ ਇੱਦਾਂ ਦੇ ਆ ਜਾਣ ਜਿਨ੍ਹਾਂ ਦੀ none of the above ਕੈਟੇਗਰੀ ਜ਼ਿਆਦਾ ਸੀਗੀ ਤੇ it would create chaos. What kind of chaos? Chaos, you see, you have to work out nitty-gritties of this judgment and its follow-up. Who would implement this? Ultimately, if you have to implement the judgment, you will have to bring but that is a simple process which the Election Commission has said that we will just introduce a button now. But the problem is ਕਿ ਜਿਹੜਾ ਕੈਂਡੀਡੇਟ ਹੈ ਜੇ ਉਹ 100 ਵੋਟਾਂ ਚੋਂ 60 ਉਹਨੂੰ none of the above ਪਈਆਂ, 40 ਵਿੱਚੋਂ ਇੱਕ ਵੋਟਾਂ ਚੋਂ ਕਿਸੇ ਨੂੰ 22 ਪੈ ਗਈਆਂ, ਕਿਸੇ ਨੂੰ I think the previous judgment of the Supreme Court ਜਿਸ ਨੂੰ undo ਕਰਨ ਦੀ ਕੋਸ਼ਿਸ਼ ਕੀਤੀ ਗਈ ਆਰਡੀਨੈਂਸ ਲਿਆ ਕੇ, ਜੇ ਉਹ ਵੀ ਠੀਕ ਢੰਗ ਨਾਲ ਇੰਪਲੀਮੈਂਟ ਹੋ ਜੇ ਕਾਫੀ ਸਫਾਈ ਹੋ ਜਾਏਗੀ। ਕ੍ਰਿਮੀਨਲ ਐਲੀਮੈਂਟ ਜਿਹੜਾ ਹੈਗਾ ਜਿਨ੍ਹਾਂ ਨੂੰ ਸਜ਼ਾਵਾਂ ਵੀ ਹੋਈਆਂ ਨੇ, ਇਹਦੇ ਬਾਵਜੂਦ ਉਹ ਪਾਰਲੀਮੈਂਟ 'ਚ ਬੈਠੇ ਨੇ, ਅਸੈਂਬਲੀਜ਼ 'ਚ ਬੈਠੇ ਨੇ, ਮਤਲਬ ਇਹਦੇ 'ਚ ਹਲੇ ਕਲੈਰਿਟੀ ਕੋਈ ਨਹੀਂ ਹੈਗੀ। ਤੇ ਬੈਨੀਫਿਟ ਕੀ ਹੈ? ਬੈਨੀਫਿਟ ਵੀ ਕੋਈ ਨਹੀਂ ਹੈ। ਏਮ ਜ਼ਰੂਰ ਹੈ ਕਿ ਸਾਫ਼ ਹੋਵੇ, ਸਾਰਾ ਸਿਸਟਮ ਸਾਫ਼ ਹੋਵੇ, ਇਲੈਕਟਰਲ ਸਿਸਟਮ ਸਾਫ਼ ਹੋਵੇ, ਲੇਕਿਨ ਇਸ ਨੂੰ ਡਿਫਾਈਨ ਤਾਂ ਬੈਟਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਕਰ ਸਕਦਾ ਹੈ ਕਿ ਹਾਊ ਵੁੱਡ ਦੇ ਇੰਪਲੀਮੈਂਟ। ਜਦੋਂ ਇਹ ਕੱਲ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਤੇ ਮਿਸਟਰ ਮੋਦੀ ਨੇ ਇਮੀਡੀਏਟਲੀ ਆਪਣਾ ਬਲੌਗ ਅਪਡੇਟ ਕੀਤਾ ਵੇਅਰ ਹੀ ਆਲਸੋ ਟਾਕਡ ਅਬਾਊਟ ਕੰਪਲਸਰੀ ਵੋਟਿੰਗ, ਕਿ ਕੰਪਲਸਰੀ ਵੋਟਿੰਗ ਇੱਕ ਬੜੀ ਜ਼ਰੂਰੀ ਚੀਜ਼ ਹੈ। ਇਨਫੈਕਟ ਉਹਨਾਂ ਨੇ ਐਗਜ਼ਾਮਪਲ ਇਹ ਦਿੱਤਾ ਕਿ ਜਿਹੜੇ ਕੰਪਲਸਰੀ ਵੋਟਿੰਗ ਦੇ ਅਗੇਂਸਟ ਨੇ ਕਿ ਇਟ ਇਜ਼ ਯੋਰ ਰਾਈਟ ਵੈਦਰ ਯੂ ਵਾਂਟ ਟੂ ਐਕਸਰਸਾਈਜ਼ ਯੋਰ ਵੋਟ ਔਰ ਨਾਟ। ਇਸ ਜਿੱਦਾਂ ਅਸੀਂ ਸਕੂਲਾਂ ਲਈ ਬੱਚਿਆਂ ਲਈ ਕੰਪਲਸਰੀ ਐਜੂਕੇਸ਼ਨ ਦੀ ਗੱਲ ਕਰਦੇ, ਇਟ ਇਜ਼ ਵੈਰੀ ਸਿਮਿਲਰ ਟੂ ਦੈਟ। ਸੋ ਵਾਟ ਇਜ਼ ਯੋਰ ਵਿਊ ਔਨ ਕੰਪਲਸਰੀ ਵੋਟਿੰਗ? ਕੰਪਲਸਰੀ ਵੋਟਿੰਗ ਤੇ ਹੋਣੀ ਚਾਹੀਦੀ ਹੈ। I mean, we have a vibrant parliamentary democracy. A huge percentage of voters, they don't go to the polling booth, they don't vote. But what if I don't like any of the parties, or I don't like the path they are taking? What do I do? So what? Let them express their opinion. I mean, people drawing room ਚ ਬੈਠ ਕੇ ਜਿਹੜੇ ਰਾਜਨੀਤੀ ਡਿਸਕਸ ਕਰਦੇ ਨੇ, they remains practically they remains inexpressible. People who understand politics, people who discuss policies, they don't vote. People who don't understand politics, people who don't understand policies, governance, they vote. That is the paradox. That is the problem. ਅੱਛਾ, ਇੱਕ ਹੁਣ ਕਮਿੰਗ ਔਨ ਟੂ ਯੋਰ ਪੋਲੀਟੀਕਲ ਲਾਈਫ, ਤੁਸੀਂ ਕਿਹੜੀ ਪੋਲੀਟੀਕਲ ਪਾਰਟੀ ਨੂੰ ਇਸ ਟਾਈਮ ਬਿਲੋਂਗ ਕਰਦੇ ਹੋ? ਮੈਂ ਆਉਣ ਤੋਂ ਪਹਿਲੇ ਸੋਚ ਰਿਹਾ ਸੀ ਤੁਸੀਂ ਕਿੱਥੇ ਸਟੈਂਡ ਕਰਦੇ ਹੋ? ਯੂ ਆਰ ਕੰਸੀਡਰਡ ਦਿਸ ਵਨ ਪਾਰਟੀ ਹੌਪਰ ਥੀਸ ਡੇਜ਼। ਮੈਂ ਕਿਸੇ ਪਾਰਟੀ ਨੂੰ ਇਸ ਵੇਲੇ ਰਿਪਰੈਜ਼ੈਂਟ ਨਹੀਂ ਕਰ ਰਿਹਾ। ਮੈਂ ਇੱਕ ਥਾਟ
ਪ੍ਰੋਸੈਸ ਜਿਹੜਾ ਹੈਗਾ ਉਸ ਨੂੰ ਰਿਪਰੈਜ਼ੈਂਟ ਕਰਦਾ। ਤੁਸੀਂ ਕਾਂਗਰਸ ਛੱਡੀ, ਦ ਇੰਪ੍ਰੈਸ਼ਨ ਵਾਸ ਕਿ ਤੁਹਾਡੀ ਈਗੋ ਵਿਦ ਕੈਪਟਨ ਅਮਰਿੰਦਰ ਸਿੰਘ ਹੋਈ, ਨਾਲ ਕਲੈਸ਼ ਕੀਤੀ। ਉਸ ਤੋਂ ਬਾਅਦ ਤੁਸੀਂ ਥੋੜ੍ਹੀ ਦੇਰ ਲਈ ਅਕਾਲੀ ਦਲ ਗਏ, ਉੱਥੇ ਤੁਸੀਂ ਸੁਖਬੀਰ ਸਿੰਘ ਬਾਦਲ ਨਾਲ ਫਾਲ ਅਪਾਰਟ ਕਰ ਗਏ। ਫਿਰ ਤੁਸੀਂ PPP ਜੁਆਇਨ ਕਰ ਲਈ, ਤੁਸੀਂ ਮਨਪ੍ਰੀਤ ਸਿੰਘ ਬਾਦਲ ਨਾਲ ਤੁਹਾਡੇ ਡਿਫਰੈਂਸਿਸ ਹੋਏ। ਵਾਟ ਇਜ਼ ਦਿਸ ਟ੍ਰੈਂਡ? कबाबे सीख हैं हम, करवटें हर सू बदलते हैं, जलता है जब पहलू तो फिर पहलू बदलते हैं। वाह। कुछ तो मजबूरियां रही होंगी, यूं कोई बेवफा नहीं होता। ਤੁਸੀਂ ਆਪਣੀ ਕੀ ਮਜਬੂਰੀਆਂ? ਤੁਸੀਂ ਆਪਣੀ ਜ਼ਮੀਰ ਤੇ ਖੁਦ ਬੋਝ ਨਹੀਂ ਬਣ ਸਕਦੇ। ਮੈਂ ਚੱਲ ਪੈਣਾ, ਅਸੀਂ ਵਗਦੇ ਦਰਿਆਵਾਂ ਦੀ ਜਿਸ ਤਰ੍ਹਾਂ ਸੈਲਫ ਰਿਸਪੈਕਟ ਦੇ ਮਤਲਬ ਜੇ ਬਟ ਕਿੱਦਾਂ ਸੈਲਫ ਰਿਸਪੈਕਟ ਕਿੱਥੇ ਤੁਹਾਡੀ ਖਰਾਬ ਮਤਲਬ ਈਗੋ ਹਰਟ ਹੁੰਦੀ ਰਹੀ? ਮਿਸਾਲ ਦੇ ਤੌਰ ਤੇ ਜਿਵੇਂ ਕਾਂਗਰਸ ਵਿੱਚ ਕੁਝ ਐਸੇ ਮਾਮਲਾਤ ਮੈਂ ਉਠਾਏ, ਪੰਜਾਬ ਅਸੈਂਬਲੀ 'ਚ ਵੀ ਉਠਾਏ, ਤੇ ਇੱਕ ਸਵਾਲ ਹੈ ਮੇਰਾ 1540 ਨੰਬਰ, ਜਿਸ ਤੋਂ ਇਤਨਾ ਮੁਆਦ ਖੜਾ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਪਰਚਾ ਦਰਜ ਹੋ ਗਿਆ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ। ਉਹ ਸਵਾਲ ਜਿਹੜਾ ਸੀ ਇਹ ਪਹਿਲੀ ਵਾਰੀ ਹੋਇਆ ਕਿ 12ਵੀਂ ਵਿਧਾਨ ਸਭਾ 'ਚ ਪੁੱਛਿਆ ਗਿਆ ਸਵਾਲ। 13ਵੀਂ ਵਿਧਾਨ ਸਭਾ ਉਹਦੇ ਤੇ ਕਮੇਟੀ ਬਣਾ ਰਹੀ ਹੈ ਤੇ ਉਹ ਕਮੇਟੀ 2 ਕਮੇਟੀਆਂ ਬਣੀਆਂ ਜਿਨ੍ਹਾਂ ਨੇ ਫੈਸਲਾ ਦਿੱਤਾ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ। ਪ੍ਰਿਵਿਲੇਜ ਕਮੇਟੀ ਨੇ ਦਿੱਤਾ, ਇੱਕ ਸਪੈਸ਼ਲ ਹਾਊਸ ਕਮੇਟੀ ਬਣੀ। ਮੈਨੂੰ ਉਹਨਾਂ ਨੇ ਸਮਨ ਕੀਤਾ ਸੀ ਕਿ ਤੁਸੀਂ ਇਸ ਸਵਾਲ ਬਾਰੇ ਆ ਕੇ ਕਮੇਟੀ ਨੂੰ ਬਰੀਫ ਕਰੋ। ਨਾਓ ਦੈਟ ਵਾਜ਼ ਸਟੈਚੂਟਰੀ ਰਿਕੁਆਇਰਮੈਂਟ, ਕਿਉਂਕਿ ਮੇਰਾ ਸਵਾਲ ਸੀ, ਮੈਂ ਪ੍ਰੈਜੈਂਟੇਸ਼ਨ ਦੇਣੀ ਸੀ। ਹੁਣ ਮੇਰੇ ਸਾਹਮਣੇ 2 ਰਸਤੇ ਸੀ। ਇੱਕ ਤਾਂ ਇਹ ਕਿ ਮੈਂ ਆਪਣੇ ਸਵਾਲ ਨੂੰ ਖੁਦ ਕਤਲ ਕਰਦਾ, ਆਪਣੇ ਬੱਚੇ ਨੂੰ ਖੁਦ ਕਤਲ ਕਰਦਾ, ਹਾਂਜੀ, ਤੇ ਪੋਲੀਟਿਕਸ 'ਚ ਰਾਈਜ਼ ਕਰਦਾ। ਸਾਰੇ ਖੁਸ਼ ਹੁੰਦੇ ਕਿ ਵੀਰ ਦਵਿੰਦਰ ਸਿੰਘ ਨੇ ਸਵਾਲ ਨਾਲ ਤਾਂ ਬੇਈਮਾਨੀ ਕਰ ਲਈ ਲੇਕਿਨ ਲੀਡਰਸ਼ਿਪ ਨਾਲ ਨਹੀਂ ਕੀਤੀ। ਦੂਸਰਾ ਇਹ ਸੀ ਕਿ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਮੈਂ ਸਵਾਲ ਕੀਤਾ, ਮੈਂ ਉਸ ਆਪਣੇ ਸਵਾਲ 'ਤੇ ਪਹਿਰਾ ਦਿੰਦਾ, ਉਹਨੂੰ ਪਿੱਠ ਨਾ ਦਿੰਦਾ। ਮੈਂ ਉਹਨੂੰ ਪਿੱਠ ਨਹੀਂ ਦਿੱਤੀ, ਮੈਂ ਉਸ 'ਤੇ ਜਿਉਂਦੀ ਤਿਉਂ ਖੜਾ ਰਿਹਾ। ਨਤੀਜਾ ਇਹ ਹੋਇਆ ਕਿ ਮੇਰਾ ਟਿਕਟ ਕੱਟ ਦਿੱਤਾ ਗਿਆ। ਜਿਹੜੇ ਲੋਕ ਕਰਪਸ਼ਨ ਕਰਦੇ ਸੀ ਮੈਂ ਉਹਨਾਂ ਦੇ ਖਿਲਾਫ ਬੋਲਿਆ, ਉਹ ਕਹਿਣ ਲੱਗੇ ਜੀ ਇਹ ਪਾਰਟੀ ਨੂੰ ਵਿਧਾਨ ਸਭਾ 'ਚ ਅੰਬੈਰਸ ਕਰਦੇ ਸੀ। ਬਟ ਤੁਹਾਡੇ ਤਾਂ ਇੰਨੇ ਤਾਲੁਕ ਸੀ ਗਾਂਧੀ ਫੈਮਿਲੀ ਨਾਲ, ਤੁਸੀਂ ਮਿਲੇ ਸੋਨੀਆ ਗਾਂਧੀ ਨੂੰ? ਮਿਲੇ ਹਾਂ, ਮੈਨੂੰ ਮੇਰੇ ਨਾਲ ਕਾਫੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਬਟ ਅਸੀਂ ਆਊਟ ਮਨੂਵਰ ਹੋ ਗਏ। ਸਾਡੇ ਪਾਸ ਉਤਨੇ ਸਾਧਨ ਨਹੀਂ ਸੀ ਜਿਹੜੇ ਸਾਨੂੰ ਆਊਟ ਮਨੂਵਰ ਕਰਨ ਵਾਲੇ ਸੀ, ਜਿਹੜੀਆਂ ਤਾਕਤਾਂ। ਤੇ ਵਾਟ ਹੈਪਨਡ ਵਿਦ ਸੁਖਬੀਰ ਬਾਦਲ when then you joined the ਅਕਾਲੀ ਦਲ? ਉਹ ਮੈਂ ਕੋਈ ਦੈਟ ਵਾਜ਼ ਮਾਈ ਗੈਸਟ ਪਰਫਾਰਮੈਂਸ, ਉਹ ਕੋਈ ਮੈਂ ਬਹੁਤ ਲੰਮੇ ਚੌੜੇ ਪ੍ਰੋਗਰਾਮ ਨਾਲ ਨਹੀਂ ਸੀ, ਕਿਉਂਕਿ ਆਈ ਵਾਜ਼ ਇਨ ਨੋ ਪਾਰਟੀ। ਵਾਟ ਹੈਪਨਡ ਵਿਦ ਮਨਪ੍ਰੀਤ ਬਾਦਲ? ਮਨਪ੍ਰੀਤ ਬਾਦਲ ਹੋਰਾਂ ਨੇ ਐਕਚੁਅਲੀ, ਮੈਂ ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਜੁਆਇਨ ਨਹੀਂ ਸੀ ਕੀਤਾ। ਮਨਪ੍ਰੀਤ ਹੋਰੀ ਮੇਰੇ ਕੋਲ ਆਏ ਆਪਣਾ ਪ੍ਰੋਗਰਾਮ ਲੈ ਕੇ ਮੇਰੇ ਪਟਿਆਲੇ ਵਾਲੇ ਘਰ। ਉਹਨਾਂ ਨੇ ਕਿਹਾ ਕਿ ਤੁਸੀਂ ਇਹ ਜਿਹੜੀ ਜਾਗੋ ਹੈਗੀ ਹੈ, ਜਾਗੋ ਨੂੰ ਆਸ਼ੀਰਵਾਦ ਦਿਓ ਸਾਡੇ, ਜਿਸ ਦਿਨ ਅਸੀਂ ਸ਼ੁਰੂ ਕਰਨੀ ਹੈ ਫਰੀਦਕੋਟ ਤੋਂ। ਮੈਨੂੰ ਮਨਪ੍ਰੀਤ ਦਾ ਜਿਹੜਾ ਪ੍ਰੋਗਰਾਮ ਸੀ ਉਹ ਅੱਛਾ ਲੱਗਿਆ ਤੇ ਮੈਂ ਜਾਗੋ 'ਚ ਸ਼ਾਮਲ ਹੋਇਆ। ਫਿਰ ਮੈਨੂੰ ਥੋੜ੍ਹਾ ਮਹਿਸੂਸ ਹੋਇਆ ਕੁਝ ਦੇਰ ਬਾਅਦ, ਜਿਸ ਤਰ੍ਹਾਂ ਮਨਪ੍ਰੀਤ ਹੋਰਾਂ ਦੇ ਬਹੁਤ ਜਿਹੜੇ ਨੇੜੇ ਦੇ ਬੰਦੇ ਸੀ ਉਹ ਹੁਣ ਛੱਡ ਗਏ ਨੇ। ਉਹ ਜਿਵੇਂ ਸੈਂਸ ਆਫ ਇਨਸਿਕਿਉਰਿਟੀ ਕਈ ਵਾਰੀ ਕਈ ਬੰਦਿਆਂ ਨੂੰ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈ ਨਾ, ਤੇ ਉਹਨਾਂ ਨੇ ਥੋੜ੍ਹੀ ਕੁਸਰ ਫੁਸਰ ਜੀ ਸ਼ੁਰੂ ਕਰਤੀ ਵੀ ਜੀ ਐਸਾ ਨਾ ਹੋਵੇ ਕਿਤੇ, ਮਤਲਬ ਸਾਰੀ ਸਟੇਜ ਜਿਹੜੀ ਹੈ। ਕੋਈ ਤੁਹਾਡੀ ਪਰਸਨੈਲਿਟੀ ਕਲੈਸ਼ ਨਹੀਂ ਸੀ ਮਨਪ੍ਰੀਤ ਨਾ? ਮੇਰਾ ਕੋਈ ਨਹੀਂ, ਮੈਂ ਮਨਪ੍ਰੀਤ ਨੂੰ ਅੱਜ ਵੀ ਪਸੰਦ ਕਰਦਾ। ਇਜ਼ ਅ ਗੁੱਡ ਹਿਊਮਨ ਬੀਇੰਗ। ਮੈਂ ਸਮਝਦਾ ਕਿ ਸਭ ਤੋਂ ਵੱਡੀ ਜਵਾਬਦੇਹੀ ਤੁਹਾਡੀ ਜ਼ਮੀਰ ਹੀ ਹੈ। ਉਹ ਜੇ ਤੁਸੀਂ ਉਹਦੇ ਪੂਰੇ ਸੱਚੇ ਨਹੀਂ ਹੋ ਫਿਰ ਜਿਉਣਾ ਤ੍ਰਿਗ ਹੈਗਾ। ਤੁਹਾਡੀ ਜ਼ਮੀਰ ਪੰਜਾਬ ਲਈ ਕੀ ਕਹਿੰਦੀ ਹੈ? ਮੇਰੀ ਜ਼ਮੀਰ ਪੰਜਾਬ ਲਈ ਬੜਾ ਤੜਫਦੀ ਹੈ, ਬਹੁਤ ਕੁਝ ਸੋਚਦਾ ਮੈਂ। ਇਸ ਮਿੱਟੀ 'ਚ ਅਸੀਂ ਜੰਮੇ ਹਾਂ, ਪੈਦਾ ਹੋਏ ਹਾਂ। ਕੋਈ ਲਾਈਨ 'ਚ ਮੈਂ ਮੁਕਾ ਦਿੰਦਾ ਕਿ ਸਾਰਾ ਆਲਮ ਘੁੰਗ ਵਸਦਾ, ਪੰਜਾਬ ਉਜੜ ਗਿਆ ਲੋਕੋ, ਸੱਸੀਆਂ ਬੇਖਬਰਾਂ ਦਾ ਰੰਗਲਾ ख्वाब ਉਜੜ ਗਿਆ ਲੋਕੋ। ਪੰਜਾਬ ਉਜੜਦਾ ਜਾ ਰਿਹਾ, ਪੰਜਾਬ ਵਸ ਨਹੀਂ ਰਿਹਾ, ਪੰਜਾਬ ਸਾਰੇ ਪਾਸਿਓਂ ਬਰਬਾਦ ਹੋ ਰਿਹਾ। ਪੰਜਾਬ ਦੇ ਦਰਿਆ ਸੁੱਕ ਰਹੇ ਨੇ, ਪੰਜਾਬ ਦੀ ਧਰਤੀ ਜਿਹੜੀ ਹੈ
ਖੇਤੀਆਂ ਕਿਸ ਪਾਸੇ ਨੂੰ ਜਾ ਰਹੀਆਂ, ਕਿਸਾਨ ਕਿਸ ਪਾਸੇ ਨੂੰ ਜਾ ਰਿਹਾ, ਯੂਥ ਪੰਜਾਬ ਦਾ ਖਾ ਲਿਆ ਅੰਦਰੋਂ ਨਸ਼ਿਆਂ ਨੇ, ਡਰੱਗਸ ਨੇ, ਕਿੰਨੇ ਦਰਿਆ ਨੇ ਮੌਤ ਦੇ, ਜ਼ਹਿਰ ਦੇ, ਜਿਹੜੇ ਅੱਜ ਪੰਜਾਬ ਦੀ ਧਰਤੀ ਤੇ ਵਗ ਰਹੇ ਨੇ। ਕਿਹੜੀ ਗੱਲ ਰਹਿ ਗਈ ਹੁਣ ਜਿਹਦੇ ਤੇ ਅਸੀਂ ਮਾਣ ਕਰ ਸਕੀਏ ਇਹ ਗੁਰੂਆਂ ਦੀ ਧਰਤੀ ਕਿਸ ਪਾਸੇ ਜਾ ਰਹੀ ਹੈ। ਸੋ ਇਸ ਵਾਸਤੇ ਪੰਜਾਬ ਲਈ ਮੈਂ ਬਹੁਤ ਉਦਾਸ ਹਾਂ, ਬਹੁਤ ਹੀ, ਜਿੰਨਾ ਕਹੀਏ ਉਹਨਾਂ ਉਦਾਸ ਹਾਂ। ਪੋਲੀਟੀਕਲ ਕਰੀਅਰ AISSF ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸ਼ੁਰੂ ਕੀਤਾ, ਉਸ ਤੋਂ ਬਾਅਦ ਹੁਣ ਤੁਸੀਂ ਇੱਕ ਸਿੱਖ ਸਕਾਲਰ ਦੇ ਪੱਖੋਂ ਵੀ ਕਈ ਜਗ੍ਹਾ ਲੈਕਚਰ ਕਰਨ ਜਾਂਦੇ ਹੋ, ਹੁਣੀ ਕੀਨੀਆ ਗਏ ਸੀਗੇ। ਤੁਸੀਂ ਸਟਾਰਟ ਇੱਕ ਰੈਡੀਕਲ ਪੁਆਇੰਟ ਆਫ ਵਿਊ ਤੋਂ ਕੀਤਾ ਐਂਡ ਦੈਨ ਯੂ ਬਿਕੇਮ ਪਾਰਟ ਆਫ ਸੈਕੂਲਰ ਪਾਰਟੀਜ਼। ਵਾਟ ਹੈਜ਼ ਦਿਸ ਜਰਨੀ ਬੀਨ? ਯੂ ਵੈਂਟ ਟੂ ਕਾਂਗਰਸ, PPP। ਸਾਨੂੰ ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਕੂਲ ਆਫ ਥਾਟ ਹੈ ਉਹਦੇ 'ਚ ਸਾਨੂੰ ਡਿਵਿਨਿਟੀ, ਸਾਨੂੰ ਵੇ ਆਫ ਲਾਈਫ, ਕਮਿਟਮੈਂਟ ਟੂ ਸਪਿਰਿਚੁਅਲਿਜ਼ਮ, ਗੁਰੂ ਨਾਨਕ, ਗੁਰਬਾਣੀ, ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ, ਇੱਕ ਵੇ ਆਫ ਲਾਈਫ, ਇੱਕ ਮੋਡਿਊਲ ਸੀ ਜਿਹਦੇ 'ਚ ਸਾਨੂੰ ਢਾਲਿਆ ਗਿਆ। ਅਸੀਂ ਉਹਦੇ 'ਤੇ ਅੱਜ ਵੀ ਖੜ੍ਹੇ ਹਾਂ। ਵੀ ਹੈਵ ਨੈਵਰ ਬਿਟਰੇਡ ਦੈਟ ਮੋਡਿਊਲ। ਰੀਸੈਂਟਲੀ ਇੱਕ ਜਥੇਦਾਰ ਆਫ ਦੀ ਅਕਾਲ ਤਖਤ ਉਹਨਾਂ ਨੇ ਇੱਕ ਆਰਡਰ ਕਮਿਊਨਿਟੀ ਨੂੰ ਪਾਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਅਸੀਂ ਉਸ ਘਰ 'ਚ ਨਹੀਂ ਰੱਖਣੀ ਜਿਸ ਘਰ ਵਿੱਚ ਬਾਰ ਹੈ। being a Sikh scholar, being, you know, having a view, what is your view on this? Because ਇਹਦੇ 'ਚ ਬੜੀ debate ਚੱਲ ਰਹੀ ਹੈ ਕਿ whether it should have been a direction and not an order. ਮੈਂ ਸਿੱਧੇ ਤੌਰ ਤੇ ਇਸ 'ਤੇ ਕੋਈ ਨਹੀਂ ਟਿੱਪਣੀ ਕਰਨੀ ਚਾਹਾਂਗਾ ਜਦ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਮੈਂ ਗੱਲ ਨਹੀਂ ਕਰ ਸਕਦਾ, ਉਹਨਾਂ ਨਾਲ ਗੱਲ ਨਾ ਕਰ ਲਵਾਂ। ਇਹ ਜ਼ਰੂਰ ਹੈ ਕਿ ਤੁਸੀਂ ਇਹ ਨਹੀਂ ਹੋ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਤੇ ਬਾਰ ਇਹ ਦੋਨੇ ਇਕੱਠੇ ਤੇ ਨਹੀਂ ਚੱਲ ਸਕਦੇ, ਕਿਸੇ ਕੀਮਤ ਤੇ ਵੀ ਨਹੀਂ ਚੱਲ ਸਕਦੇ। ਬਿਲਕੁਲ ਬਿਲਕੁਲ। ਮੈਂ ਨਵਜੋਤ ਸਿੱਧੂ ਹੁਣਾਂ ਦੀ ਪੋਲੀਟਿਕਸ ਤੇ ਆਉਣਾ ਚਾਹੁੰਦਾ। ਮੇਰਾ ਅਜ਼ੀਜ਼ ਹੈ ਨਵਜੋਤ ਸਿੰਘ ਸਿੱਧੂ, ਮੈਂ ਉਹਨੂੰ ਬੜਾ ਪਿਆਰ ਕਰਦਾ। ਹੀ ਇਜ਼ ਓਨੈਸਟ ਇਨ ਪੋਲੀਟਿਕਸ, ਹਾਂਜੀ। ਔਰ ਦੋਵੇਂ ਹੀ ਮੀਆਂ ਬੀਵੀ, ਦੋਵੇਂ ਹੀ ਉਹਨਾਂ ਦਾ ਇੱਕ ਸਾਫ਼ ਸੁਥਰੇ ਕਿਰਦਾਰ ਨੇ। ਅੱਜ ਕੱਲ੍ਹ ਤੁਹਾਨੂੰ ਸਾਫ਼ ਸੁਥਰੇ ਕਿਰਦਾਰ ਲੱਭਣੇ ਹੀ ਔਖੇ ਹੋ ਜਾਣਗੇ ਰਾਜਨੀਤੀ ਵਿੱਚ, ਅਤੇ ਜਿੰਨੇ ਵੀ ਸਾਫ਼ ਸੁਥਰੇ ਕਿਰਦਾਰ ਨੇ ਅਨਫੋਰਚੂਨੇਟਲੀ ਦੇ ਫੀਲ ਸਫੋਕੇਟਡ। ਹਾਲਾਤ ਐਸੇ ਉਹਨਾਂ ਦੇ ਆਲੇ ਦੁਆਲੇ। ਨਵਜੋਤ ਸਿੱਧੂ ਵਾਸ ਮਿਸਿੰਗ ਫਰੋਮ ਹਿਸ ਕਨਸਟੀਟੂਐਂਸੀ 8 ਮਹੀਨੇ ਨਹੀਂ ਗਏ, 74% ਉਹਨਾਂ ਦੀ ਅਟੈਂਡੈਂਸ ਸ਼ਾਰਟੇਜ ਹੈ। 8 ਮਹੀਨੇ ਨਹੀਂ ਗਏ, ਲੇਕਿਨ ਉਸ ਤੋਂ ਪਹਿਲਾਂ ਪ੍ਰੋਬੇਬਲੀ ਦਿਸ ਇਜ਼ ਹਿਸ ਥਰਡ ਟਰਮ ਐਜ਼ MP. He was very active there, but I think every day he's telling why he was away from his constituency. No, but he was absent from the parliament. Utthe bhi attendance short hai. I don't speak here on behalf of Navjot Sidhu. Right, sure. Because you see, he's really focusing the problems of his constituency, and now he will have to probably he's trying to cover the gap of his 8 months absence. Earlier people will say that he is not available. No, what I'm now he is more than available. No, what I'm trying to say here is कि ਜਿਹੜਾ ਇੱਕ celebrity ਨੂੰ ticket ਦੇਣਾ ਹੈ election ਵਿੱਚ ਲਿਆਣਾ, is it a good idea? No, it's a very bad trend, ਕਿਉਂਕਿ ਜਿਹੜੇ ਸਮਰਪਿਤ ਵਰਕਰ ਹੈਗੇ ਨੇ ਪਾਰਟੀਆਂ ਦੇ, ਜਿਹੜੇ ਸਾਲਾਂ ਬੱਧੀ ਪਾਰਟੀਆਂ 'ਚ ਕੰਮ ਕਰਦੇ ਨੇ, ਤੁਸੀਂ ਉਹਨਾਂ ਦਾ ਗਲਾ ਘੁੱਟ ਕੇ ਸੈਲੀਬ੍ਰਿਟੀ ਨੂੰ ਲਿਆਉਂਦੇ ਹੋ ਨਾ, ਅਤੇ ਇਹ ਨਹੀਂ ਕਰਨਾ ਚਾਹੀਦਾ। ਅਤੇ ਜਦੋਂ ਤੁਸੀਂ ਸੈਲੀਬ੍ਰਿਟੀਜ਼ ਨੂੰ ਲਿਆਓਗੇ ਅਤੇ ਉਹਨਾਂ ਦੀ ਆਮਦ ਵੀ ਬੜੀ ਸ਼ਾਨੋ ਸ਼ੌਕਤ ਨਾਲ ਹੁੰਦੀ ਹੈ, ਅਤੇ ਉਹਨਾਂ ਦੀ ਫਰਸਟ੍ਰੇਸ਼ਨ ਵੀ ਓਡੀ ਵੱਡੀ। ਅਤੇ ਜਿਹੜਾ ਹੁਣ ਨਵਜੋਤ ਸਿੱਧੂ ਹੁਣਾਂ ਨੇ ਕਹਿ ਦਿੱਤਾ ਕਿ ਹੁਣ ਫਾਸਟ ਤੇ ਨਹੀਂ ਬਹਿ ਰਹੇ, ਇਹਦੀ ਇੰਪਲੀਕੇਸ਼ਨ ਕੀ ਹੋਏਗੀ ਉਹਨਾਂ ਲਈ? ਪਤਾ ਨਹੀਂ ਉਹਨਾਂ ਨੂੰ ਕਿਹਨੇ ਕਿਹਾ ਵੀ ਨਾ ਬੈਠੋ। ਬੈਠਣ ਦਾ ਫੈਸਲਾ ਤਾਂ ਉਹਨਾਂ ਦਾ ਆਪਣਾ ਸੀ, ਕਿਉਂਕਿ ਉਹਨਾਂ ਦੀ ਬੀਵੀ ਨੇ ਵੀ ਕਿਹਾ ਵੀ ਨਹੀਂ ਬੈਠਣਾ ਚਾਹੀਦਾ। ਲੇਕਿਨ ਜ਼ਾਹਿਰ ਹੈ ਕਿ ਜੇ ਉਹ ਨਹੀਂ ਅੱਜ ਬੈਠੇ ਅਤੇ ਕਿਸੇ ਨਾ ਕਿਸੇ ਨੇ ਤਾਂ ਉਹਨਾਂ ਦੇ ਕੰਨ ਵਿੱਚ ਕੋਈ ਫੂਕ ਮਾਰੀ ਹੈ, ਕੋਈ ਨਾ ਕੋਈ ਭਰੋਸਾ ਵੀ ਦਿੱਤਾ ਹੋਏਗਾ। ਪਿੱਛੇ ਜੇ ਹਿੰਦੁਸਤਾਨ ਟਾਈਮਜ਼ ਵਿੱਚ ਇੱਕ ਆਰਟੀਕਲ ਲਿਖਿਆ ਸੀ, ਜਦੋਂ ਦੈਟ ਵਾਜ਼ ਯੋਰ ਰਿਐਕਸ਼ਨ ਟੂ, ਹਰ ਪਾਸੇ ਗੱਲ ਹੋ ਰਹੀ ਸੀ ਕਿ ਪੰਜਾਬ ਦੇ ਫਾਈਨੈਂਸਿਸ ਬੜੇ ਮਾੜੇ ਹੋ ਗਏ ਨੇ ਹਾਲਾਤ, ਅਤੇ ਫਾਈਨੈਂਸ਼ੀਅਲ ਐਮਰਜੈਂਸੀ ਦੀ ਡਿਮਾਂਡ ਆਪੋਜੀਸ਼ਨ ਨੇ ਸ਼ੁਰੂ ਕਰਤੀ ਸੀਗੀ। ਸੋ ਯੂ ਰੋਟ ਅ ਪੀਸ explaining that what a financial emergency means. What exactly does a financial emergency mean? ਦੇਖੋ, ਫਾਈਨੈਂਸ਼ੀਅਲ ਐਮਰਜੈਂਸੀ ਜਿਹੜੀ ਹੈ ਇਹਦਾ ਕਨਸਟੀਟਿਊਸ਼ਨ ਵਿੱਚ ਪ੍ਰੋਵੀਜ਼ਨ ਹੈਗਾ,
ਲੇਕਿਨ ਫਾਈਨੈਂਸ਼ੀਅਲ ਐਮਰਜੈਂਸੀ ਪੂਰੇ ਦੇਸ਼ ਵਿੱਚ ਵੀ ਲੱਗ ਸਕਦੀ ਹੈ ਤੇ ਦੇਸ਼ ਦੇ ਕੁਝ ਹਿੱਸੇ 'ਚ ਵੀ ਲਾਈ ਜਾ ਸਕਦੀ ਹੈ, ਬਸ਼ਰਤੇ ਕਿ ਟੋਟਲ ਕਲੈਪਸ ਜਿਹੜਾ ਹੈਗਾ ਫਿਸਕਲ ਜਿਹੜੀ ਕੰਡੀਸ਼ਨਸ ਹੈਗੀਆਂ ਉਹਦਾ ਹੋ ਜੇ ਤੇ ਉਸ ਹਾਲਾਤ ਵਿੱਚ ਗਵਰਨਮੈਂਟ ਆਫ ਇੰਡੀਆ ਲਾ ਸਕਦੀ ਹੈਗੀ ਹੈ। ਔਰ ਉਹਦੇ ਵਾਸਤੇ ਪਹਿਲਾਂ ਤਾਂ ਤੁਹਾਨੂੰ ਐਕਸਪਲੇਨ ਕਰਨਾ ਪਏਗਾ ਪਾਰਲੀਮੈਂਟ 'ਚ ਉਹ ਕੰਡੀਸ਼ਨਸ ਐਸੀਆਂ ਕਿਉਂ ਹੋਈਆਂ, ਨੌਬਤ ਕਿਉਂ ਆਈ। ਦੂਸਰਾ ਇਹ ਹੈ ਕਿ ਜਦੋਂ ਤੁਸੀਂ ਉਹ ਲਾਉਂਦੇ ਹੋ ਤੇ ਸਾਰੇ ਅਧਿਕਾਰ ਜਿਹੜੇ ਨੇ ਇੱਕ ਤੇ ਉਹ ਰਾਸ਼ਟਰਪਤੀ ਕੋਲ ਚਲੇ ਜਾਂਦੇ ਨੇ। No, it's not a mere term ਕਿ ਐਵੇਂ to be used very loosely. No. It has never been used. ਜਦੋਂ ਹਿੰਦੁਸਤਾਨ ਦਾ ਸਾਰਾ to be used loosely by political people. They are using it so loosely. They are using loosely ਕਿ ਜੀ financial emergency law without knowing its hard implications. For instance, now with one executive order, President of India can reduce the salaries of all the entire salaried class. ਈਵਨ ਜੱਜਸ ਦੀ ਸੈਲਰੀ ਵੀ ਜਿਹੜੀ ਹੈ ਉਹਦੇ 'ਤੇ ਵੀ ਕੱਟ ਲਾਇਆ ਜਾ ਸਕਦਾ ਹੈਗਾ। ਤੁਹਾਡੇ ਜਿਹੜੇ ਈਵਨ ਯੋਰ ਡਿਪੋਜ਼ਿਟਸ ਜਿਹੜੇ ਨੇ ਉਹ ਵੀ ਫਰੀਜ਼ ਕੀਤੇ ਜਾ ਸਕਦੇ ਨੇ। ਅਤੇ ਕੌਣ ਇਸ ਗੱਲ ਨੂੰ ਮਨਜ਼ੂਰ ਕਰੇਗਾ ਕਿ ਤੁਹਾਡੀ ਸੈਲਰੀ ਜਿਹੜੀ ਹੈ ਉਹ ਅੱਧੀ ਕਰ ਦਿੱਤੀ ਜਾਏ, ਸਾਰੀ ਸੈਲਰੀ ਕਲਾਸ ਸਾਰੇ ਇੰਪਲਾਈਜ਼ ਤੁਹਾਡੇ ਇੱਕਦਮ ਖਿਲਾਫ ਹੋ ਜਾਣਗੇ। ਇਹ ਅੱਜ ਤੱਕ ਕਦੇ ਇਸਤੇਮਾਲ ਨਹੀਂ ਕੀਤਾ ਗਿਆ। ਸੋ ਮੈਂ ਸਮਝਦਾ ਕਿ ਇਹ ਬਸ ਇੱਕ ਫੈਸ਼ਨ ਹੀ ਬਣ ਗਿਆ ਕਿ ਜੀ ਇੱਥੇ ਐਮਰਜੈਂਸੀ ਲਾ ਦਿਓ, ਉੱਥੇ ਲਾ ਦਿਓ। ਜੇ ਐਮਰਜੈਂਸੀ ਲੱਗਦੀ ਹੈ ਫਰਜ਼ ਕਰੋ Is it also it talks about the lack of awareness amongst our leaders? Yes, they don't consult the constitution while they make such demand. ਤੁਸੀਂ ਕੰਟਰੀ ਦੇ ਹਾਲਾਤਾਂ ਦੀ ਤੇ ਸਟੇਟ ਦੇ ਹਾਲਾਤਾਂ ਦੀ ਗੱਲ ਕੀਤੀ। ਇਸ ਟਾਈਮ ਅਸੀਂ ਇੰਟਰਵਿਊ ਕਰ ਰਹੇ ਹਾਂ ਤੇ ਅੱਜ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੈ। what would he have thought about this nation, what he would be thinking actually? ਸਾਰੇ ਹੀ ਰੋ ਰਹੇ ਹੋਣਗੇ। ਯੂ ਸੀ ਜਦੋਂ ਸਾਡੇ ਕਾਂਗਰਸ ਵਾਲੇ ਡਿਮਾਂਡ ਕਰ ਰਹੇ ਨੇ ਕਿ ਪੰਜਾਬ 'ਚ ਤੁਸੀਂ ਫਾਈਨੈਂਸ਼ੀਅਲ ਐਮਰਜੈਂਸੀ ਲਾਓ, ਉਸ ਵੇਲੇ ਡਿਮਾਂਡ ਕਰ ਰਹੇ ਨੇ ਵੈਨ ਯੂ ਸੀ ਇੰਡੀਅਨ ਰੂਪੀ ਇਜ਼ ਦੀ ਵਰਸਟ ਪਰਫਾਰਮਿੰਗ ਕਰੰਸੀ ਇਨ ਦੀ ਵਰਲਡ। ਦੇ ਡੋਂਟ ਨੋ ਦੀ ਇੰਪਲੀਕੇਸ਼ਨਸ। ਪਤਾ ਹੀ ਨਹੀਂ, ਲੈਫਟ ਡਜ਼ਨਟ ਨੋ ਵਟ ਰਾਈਟ ਇਜ਼ ਡੂਇੰਗ, ਰਾਈਟ ਡਜ਼ਨਟ ਨੋ ਵਟ ਲੈਫਟ ਇਜ਼ ਡੂਇੰਗ। ਤੁਸੀਂ ਪੋਲੀਟੀਕਲੀ ਕਿੱਧਰ ਨੂੰ ਹੁਣ ਸੋਚ ਰੱਖੀ ਹੋਈ ਹੈ? ਦੇਖੋ ਗੱਲ ਇਹ ਹੈ ਕਿ ਮੈਂ ਆਸ਼ਾਵਾਦੀ ਹਾਂ, ਨਿਰਾਸ਼ਾਵਾਦੀ ਨਹੀਂ। ਮੈਂ ਇਹ ਵੀ ਸਮਝਦਾ ਕਿ ਸ਼ਾਇਦ ਜਿਹੜਾ ਬੈਸਟ ਪੀਰੀਅਡ ਹੈ ਉਹ ਹਲੇ ਆਉਣ ਵਾਲਾ ਹੈ। ਉਹ ਜਦ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਮੈਂ ਆਈ ਐਮ ਏ ਫਰਮ ਬਿਲੀਵਰ ਕਿ ਜਬ ਲਗ ਜਗ ਮੈਂ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਆਪਣੇ ਆਪ ਨੂੰ ਹਮੇਸ਼ਾ ਐਕਟਿਵ ਰੱਖਣਾ ਚਾਹੀਦਾ ਔਰ ਐਕਟਿਵ ਅਸੀਂ ਹੈਗੇ ਹਾਂ। ਔਰ ਮੇਰਾ ਵਿਸ਼ਵਾਸ ਹੈ ਇੱਕ ਇਸ ਉਰਦੂ ਕਪਲਟ ਦੇ ਰਾਹੀਂ ਕਿ ਦਿਖਾਊਂਗਾ ਤਮਾਸ਼ਾ ਦੀ ਅਗਰ ਫੁਰਸਤ ਜ਼ਮਾਨੇ ਨੇ, ਦਿਖਾਊਂਗਾ ਤਮਾਸ਼ਾ ਦੀ ਅਗਰ ਫੁਰਸਤ ਜ਼ਮਾਨੇ ਨੇ, ਮੇਰਾ ਹਰ ਦਾਗੇ ਦਿਲ ਇੱਕ ਤੁਖਮ ਹੈ ਸਰੂਏ ਚਰਾਗਾਂ ਦਾ। ਵਕਤ ਮਿਲਿਆ ਤੇ ਸੇਵਾ ਕਰਾਂਗੇ। ਜਨਮ ਲਿਆ ਤਾਂ ਜ਼ਰੂਰ ਉਹਦਾ ਮੁੱਲ ਮੋੜਾਂਗੇ, ਮਿੱਟੀ ਨੂੰ ਵੀ, ਵਤਨ ਨੂੰ ਵੀ, ਆਪਣੇ ਪ੍ਰਾਂਤ ਨੂੰ ਵੀ ਤੇ ਲੋਕਾਂ ਨੂੰ ਵੀ ਜਿਨ੍ਹਾਂ ਨੇ ਬੜੀ ਇੱਜ਼ਤ ਦਿੱਤੀ ਹੈ, ਬੜਾ ਪਿਆਰ ਦਿੱਤਾ ਹੈ। ਉਹਨਾਂ ਲਈ ਜੂ ਰਹੇ ਹਾਂ, ਉਹਨਾਂ ਲਈ ਉਹ ਮਰਾਂਗੇ। ਥੈਂਕ ਯੂ ਬੀਰ ਦਵਿੰਦਰ ਜੀ, ਥੈਂਕ ਯੂ ਫॉर ਕਮਿੰਗ ਔਨ ਦਿਸ ਸ਼ੋ, ਸੱਚ ਅ ਪਲੇਜ਼ਰ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।